ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਾਈਫਾਈ ਸਟੱਡੀ ਦੇ ਉੱਪਰ। ਆਪਾਂ ਇਸ ਚੈਨਲ ਉੱਪਰ ETT ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਹਾਂਜੀ, ਕੱਲ੍ਹ ਆਪਾਂ ਨੇ ਚੈਪਟਰ ਸਟਾਰਟ ਕੀਤਾ ਸੀ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ। ਠੀਕ ਹੈ, ਇੱਥੇ ਤੱਕ ਜਿਹੜਾ ਆਪਣਾ ਫਸਟ ਵੀਡੀਓ ਦੇ ਵਿੱਚ ਕਵਰ ਹੋ ਗਿਆ ਸੀ। ਅੱਜ ਆਪਾਂ ਜਿਹੜਾ ਨੈਕਸਟ ਪਾਰਟ ਆਪਣਾ ਰਹਿ ਗਿਆ ਉਹ ਸੈਕਿੰਡ ਵੀਡੀਓ ਦੇ ਵਿੱਚ ਕਵਰ ਕਰਾਂਗੇ। ਜਿਸ ਨੇ ਵੀ ਫਸਟ ਪਾਰਟ ਨਹੀਂ ਦੇਖਿਆ ਉਹ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਪਹਿਲਾਂ ਫਸਟ ਪਾਰਟ ਚੈੱਕ ਕਰ ਸਕਦੇ ਨੇ, ਦੈਨ ਤੁਸੀਂ ਸੈਕਿੰਡ ਪਾਰਟ ਜਿਹੜਾ ਦੇਖ ਸਕਦੇ ਹੋ। ਹਾਂਜੀ, ਕੰਟੀਨਿਊ ਕਰਦੇ ਹਾਂ। ਅੱਜ ਆਪਾਂ ਨੇ ਪੜ੍ਹਨਾ ਵਿਸਥਾਪਨ ਕਿਰਿਆ। ਦੇਖੋ, ਵਿਸਥਾਪਨ ਕੀ ਹੁੰਦਾ? ਡਿਸਪਲੇਸਮੈਂਟ ਨੂੰ ਜੇ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਦੇਖੀਏ ਤਾਂ ਕੀ ਹੁੰਦਾ ਕਿ ਇੱਕ ਜਗ੍ਹਾ ਤੋਂ ਕੋਈ ਚੀਜ਼ ਦੂਸਰੀ ਜਗ੍ਹਾ ਦੇ ਉੱਪਰ ਕੀ ਹੈ, ਵਿਸਥਾਪਨ ਕਰ ਗਈ, ਯਾਨੀ ਕਿ ਮੂਵ ਕਰ ਗਈ। A ਪੁਆਇੰਟ ਤੋਂ B ਪੁਆਇੰਟ ਤੱਕ ਚਲੇਗੀ। ਠੀਕ ਹੈ, ਇਹਨੂੰ ਕੀ ਕਹਿੰਦੇ ਆਪਾਂ? ਡਿਸਪਲੇਸਮੈਂਟ। ਹੁਣ ਇਸੇ ਤਰ੍ਹਾਂ ਨਾਲ ਹੀ ਕੀ ਹੈਗਾ, ਰਿਐਕਸ਼ਨ ਹੈ, ਵਿਸਥਾਪਨ ਰਿਐਕਸ਼ਨ। ਉਹਦੇ ਵਿੱਚ ਵੀ ਕੀ ਹੋਊਗਾ ਕਿ ਇੱਕ ਚੀਜ਼ ਹੈ ਜਿਹੜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਕੀ ਕਰੂਗੀ, ਵਿਸਥਾਪਨ ਕਰੂਗੀ। ਦੇਖੋ, ਜਿਹੜਾ ਆਪਣੇ ਕੋਲ ਇਹ ਰਿਐਕਸ਼ਨ ਦਿੱਤਾ ਇਹਦੇ ਵਿੱਚ ਕੀ ਹੋ ਰਿਹਾ ਹੈ ਕਿ ਫੈਰਿਕ ਕਿਹਦਾ ਸਿੰਬਲ ਹੈ? ਇਹ ਲੋਹੇ ਦਾ। ਇਹਦੇ ਵਿੱਚ ਆਪਾਂ ਕੀ ਪਾਉਂਦੇ ਹਾਂ? ਕਾਪਰ ਸਲਫੇਟ। ਠੀਕ ਹੈ, ਜਦੋਂ ਇਹਦਾ ਰਿਐਕਸ਼ਨ ਕਰਵਾਉਣੇ ਆਪਾਂ ਤਾਂ ਕੀ ਬਣ ਰਿਹਾ ਹੈ? ਫੈਰਿਕ ਸਲਫੇਟ ਨਾਲ ਕੀ ਬਣਿਆ ਹੈ? ਕਾਪਰ ਸੋਲਿਡ ਫਾਰਮ ਦੇ ਵਿੱਚ। ਦੇਖੋ ਇੱਥੇ ਕੀ ਡਿਸਪਲੇਸ ਹੋਇਆ? ਕੌਣ ਹੋਇਆ? ਸਲਫੇਟ। ਕਿਹਦੇ ਨਾਲ ਡਿਸਪਲੇਸ ਹੋ ਗਿਆ? ਫੈਰਿਕ ਦੇ ਨਾਲ। ਤਾਂ ਇਸ ਤਰ੍ਹਾਂ ਦੇ ਜਿਹੜੇ ਰਿਐਕਸ਼ਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਕੈਟਾਇਨ ਜਾਂ ਐਨਾਇਨ ਦੂਸਰੇ ਦੇ ਨਾਲ ਲੱਗ ਜੇ, ਉਹਨੂੰ ਆਪਾਂ ਕਹਿੰਦੇ ਹਾਂ ਵਿਸਥਾਪਨ ਕਿਰਿਆ, ਯਾਨੀ ਕਿ ਡਿਸਪਲੇਸਮੈਂਟ ਰਿਐਕਸ਼ਨ। ਠੀਕ ਹੈ, ਜਿਹੜੀ ਡਿਸਪਲੇਸਮੈਂਟ ਰਿਐਕਸ਼ਨ ਹੈ ਇਹ ਹੋਈ ਕਿਉਂ ਆ ਅਤੇ ਕਿਵੇਂ ਹੁੰਦੀ ਹੈ ਉਹ ਵੀ ਆਪਾਂ ਦੇਖਾਂਗੇ। ਦੇਖੋ, ਜਿਹੜੀ ਉੱਪਰ ਕਿਰਿਆ ਦੇਖੀ ਆਪਾਂ ਨੇ ਇਹਦੇ ਵਿੱਚ ਕੀ ਹੋਇਆ? ਆਇਰਨ ਨੇ ਇੱਕ ਹੋਰ ਤੱਤ ਕਾਪਰ ਨੂੰ ਕਾਪਰ ਸਲਫੇਟ ਦੇ ਘੋਲ ਤੋਂ ਹਟਾ ਦਿੱਤਾ ਜਾਂ ਵਿਸਥਾਪਿਤ ਕਰ ਦਿੱਤਾ। ਇਸ ਕਿਰਿਆ ਨੂੰ ਵਿਸਥਾਪਨ ਕਿਰਿਆ ਕਹਿੰਦੇ ਹਨ। ਦੇਖੋ, ਕਾਪਰ ਸਲਫੇਟ ਦੇ ਵਿੱਚ ਕੀ ਪਾਇਆ ਆਪਾਂ ਨੇ? ਆਇਰਨ ਪਾਇਆ। ਠੀਕ ਹੈ, ਲੋਹਾ ਪਾਇਆ। ਉਹਨੇ ਕੀ ਕਰਤਾ? ਕਾਪਰ ਨੂੰ ਵਿਸਥਾਪਿਤ ਕਰਤਾ। ਇਸ ਕਰਕੇ ਆਪਾਂ ਇਹਨੂੰ ਕੀ ਕਹਿੰਦੇ ਹਾਂ? ਵਿਸਥਾਪਨ ਕਿਰਿਆ। ਦੇਖੋ, ਇਹ ਐਕਸਪੈਰੀਮੈਂਟ ਆਪਣੇ ਕੋਲੇ ਕਿਸ ਤਰ੍ਹਾਂ ਕਰ ਸਕਦੇ ਆਪਾਂ? ਇੱਕ ਆਪਣੇ ਟੈਸਟ ਟਿਊਬ ਲਈ। ਠੀਕ ਹੈ, ਟੈਸਟ ਟਿਊਬ ਦੇ ਵਿੱਚ ਆਪਾਂ ਨੇ ਕੀ ਪਾਇਆ? ਮੇਖਾਂ ਪਾਈਆਂ ਅਤੇ ਉਹਦੇ ਵਿੱਚ ਕੀ ਪਾਤਾ? ਕਾਪਰ ਸਲਫੇਟ ਦਾ ਸਲਿਊਸ਼ਨ ਪਾਤਾ। ਜਦੋਂ ਆਪਾਂ ਪਹਿਲੀ ਵਾਰੀ ਇਹ ਸਲਿਊਸ਼ਨ ਪਾਇਆ ਤਾਂ ਇਸ ਸਲਿਊਸ਼ਨ ਦਾ ਕਲਰ ਕੀ ਸੀਗਾ? ਬਲਿਊ ਸੀ, ਜਦੋਂ ਕੀ ਹੈ ਕਾਪਰ ਲੱਗਿਆ ਹੋਇਆ ਸੀ ਸਲਫੇਟ ਦੇ ਨਾਲ। ਪਰ ਜਦੋਂ ਰਿਐਕਸ਼ਨ ਹੋਇਆ ਆਪਾਂ ਨੂੰ ਕਿਵੇਂ ਪਤਾ ਲੱਗਿਆ ਕਿ ਰਿਐਕਸ਼ਨ ਹੋ ਗਿਆ? ਰਿਐਕਸ਼ਨ ਦਾ ਇਸ ਲਈ ਪਤਾ ਲੱਗਿਆ ਕਿ ਜਦੋਂ ਆਪਣੇ ਕੋਲ ਜ਼ਿੰਕ ਸਲਫੇਟ ਬਣਿਆ, ਮਤਲਬ ਕਿ ਰਿਐਕਸ਼ਨ ਕੰਪਲੀਟ ਹੋ ਗਿਆ, ਉਦੋਂ ਕੀ ਹੋਇਆ? ਬਲਿਊ ਤੋਂ ਕਲਰ ਗ੍ਰੀਨ ਹੋ ਗਿਆ। ਤਾਂ ਜਿਹੜਾ ਕਲਰ ਚੇਂਜ ਆਪਾਂ ਨੂੰ ਪਤਾ ਉਹ ਇੰਡੀਕੇਟ ਕੀ ਕਰਦਾ ਕਿ ਰਿਐਕਸ਼ਨ ਹੋਇਆ, ਪਰਿਵਰਤਨ ਹੋ ਗਿਆ। ਠੀਕ ਹੈ, ਰੰਗ ਦੇ ਵਿੱਚ ਪਰਿਵਰਤਨ ਕੀ ਦੱਸਦਾ ਕਿ ਕੋਈ ਰਸਾਇਣਿਕ ਕਿਰਿਆ ਜਿਹੜੀ ਉਹ ਹੋਈ ਹੈ। ਇੱਥੇ ਵੀ ਕੀ ਹੋਗੀ? ਰਸਾਇਣਿਕ ਕਿਰਿਆ ਹੋਗੀ। ਇਸ ਤਰ੍ਹਾਂ ਤੁਸੀਂ ਇਹ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹੋ। ਠੀਕ ਹੈ, ਇਹੀ ਰਿਐਕਸ਼ਨ ਹੋਇਆ। ਸਿਮਿਲਰ ਇੱਕ ਆਪਣੇ ਕੋਲ ਹੋਰ ਰਿਐਕਸ਼ਨ ਹੈ ਕਿ ਆਪਾਂ ਨੇ ਲੈਡ ਲੈ ਲਿਆ। PV ਕਿਹਦਾ ਸਿੰਬਲ ਹੈ? ਲੈਡ ਦਾ। ਪਲੱਸ ਆਪਾਂ ਨੇ ਪਤਾ ਕਾਪਰ ਕਲੋਰਾਈਡ। ਇਹਨੇ ਕੀ ਬਣਾਤਾ ਆਪਣੇ ਕੋਲੇ? ਦੇਖੋ, ਹੁਣ ਆਪਾਂ ਨੂੰ ਕਿਵੇਂ ਪਤਾ ਲੱਗੂ ਕਿ ਕਿਹੜੀ ਚੀਜ਼ ਕਿਹਦੇ ਨਾਲ ਲੱਗੂਗੀ? ਇੱਥੇ ਕੀ ਹੈ? ਪੋਜ਼ੀਟਿਵ ਹੈ। ਠੀਕ ਹੈ, ਪੋਜ਼ੀਟਿਵ ਦੇ ਨਾਲ ਹਮੇਸ਼ਾ ਕੀ ਲੱਗਦਾ ਹੈ? ਨੈਗੇਟਿਵ ਲੱਗਦਾ ਹੈ। ਪੋਜ਼ੀਟਿਵ ਨਾਲ ਹਮੇਸ਼ਾ ਕੀ ਲੱਗੂਗਾ? ਨੈਗੇਟਿਵ ਲੱਗੂਗਾ। ਤਾਂ ਇਹ ਆਪਣਾ ਕੀ ਹੈ? ਪੋਜ਼ੀਟਿਵ। ਇਹ ਕੀ ਹੈ? ਨੈਗੇਟਿਵ। ਤਾਂ ਪੋਜ਼ੀਟਿਵ ਨਾਲ ਕੀ ਲੱਗ ਜੂਗਾ? ਜਾ ਕੇ ਨੈਗੇਟਿਵ ਲੱਗ ਜੂਗਾ। ਠੀਕ ਹੈ, ਤਾਂ ਆਪਣੇ ਕੋਲ ਕੀ ਬਣ ਗਿਆ? ਲੈਡ ਕਲੋਰਾਈਡ। ਇਸ ਤਰ੍ਹਾਂ ਜਦੋਂ ਇੱਕ ਚੀਜ਼ ਵਿਸਥਾਪਿਤ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਹਾਂ ਵਿਸਥਾਪਨ ਕਿਰਿਆ। ਫਿਰ ਆ ਗਿਆ ਆਪਣੇ ਕੋਲੇ ਦੂਹਰਾ ਵਿਸਥਾਪਨ ਕਿਰਿਆ, ਡਬਲ ਡਿਸਪਲੇਸਮੈਂਟ ਰਿਐਕਸ਼ਨ। ਹੁਣ ਦੇਖੋ, ਡਬਲ ਹੈ, ਇਹਦਾ ਮਤਲਬ ਜਿਹੜੀ ਡਿਸਪਲੇਸਮੈਂਟ ਹੈ ਉਹ 2 ਵਾਰ ਹੋਊਗੀ। ਠੀਕ ਹੈ, ਜਿਹੜਾ ਵਿਸਥਾਪਨ ਹੋਊਗਾ ਉਹ ਕੀ ਹੈ? 2 ਵਾਰ ਹੋਊਗਾ, ਜਿਵੇਂ ਕਿ ਇਹਦੇ ਵਿੱਚ ਸਿਰਫ ਇੱਕ ਵਾਰੀ ਹੋ ਰਿਹਾ ਸੀਗਾ। ਠੀਕ ਹੈ, ਦੇਖਦੇ ਆਪਾਂ ਕਿ ਕਿਸ ਤਰ੍ਹਾਂ ਦੇ ਰਿਐਕਸ਼ਨਸ ਨੇ ਜਿਨ੍ਹਾਂ ਵਿੱਚ 2 ਵਾਰੀ ਹੋਊਗਾ। ਦੇਖੋ, ਆਪਣੇ ਕੋਲੇ ਰਿਐਕਸ਼ਨ ਸੀਗਾ ਕਿ ਸੋਡੀਅਮ Na2SO4, ਇਹਦੇ ਵਿੱਚ ਆਪਾਂ ਨੇ ਕੀ ਪਾਇਆ? BaCl2। ਤਾਂ ਆਪਣੇ ਕੋਲੇ ਕੀ ਬਣਿਆ? ਇਹ ਸਾਰਾ ਕੀ ਆਪਣੇ ਕੋਲੇ? ਇਹਨੂੰ ਆਪਾਂ ਕਹਿੰਦੇ ਹਾਂ ਰਿਐਕਟੈਂਟ। ਠੀਕ ਹੈ, ਅਭਿਕਾਰਕ। ਜਿਹੜਾ ਹੁਣ ਬਣੂਗਾ ਉਹ ਕੀ ਹੁੰਦਾ ਹੈ? ਉਤਪਾਦਕ। ਤਾਂ ਉਤਪਾਦਕ ਕੀ ਬਣਿਆ ਆਪਣੇ ਕੋਲ? 2NaCl plus BaSO4। ਠੀਕ ਹੈ, ਇਹ ਬਹੁਤ ਈਜ਼ੀ ਹੈ ਕਿਉਂਕਿ ਆਪਾਂ ਨੂੰ ਪਤਾ ਇਹ 'ਤੇ ਕੀ ਹੁੰਦਾ? ਪੋਜ਼ੀਟਿਵ ਚਾਰਜ, ਇਹ 'ਤੇ ਨੈਗੇਟਿਵ। ਠੀਕ ਹੈ, ਇਹ ਕੀ ਹੈ?
ਕੈਟਾਇਨ ਆ, ਇਹ ਕੀ ਹੈ ਅਨਾਇਨ ਹੈ। ਇਹ 'ਤੇ ਕੀ ਹੋ ਗਿਆ ਪੋਜ਼ੀਟਿਵ ਚਾਰਜ, ਇਹ 'ਤੇ ਨੈਗੇਟਿਵ ਚਾਰਜ। ਹੁਣ ਆਪਾਂ ਨੇ ਦੇਖੋ ਅਦਲਾ ਬਦਲੀ ਕਰਨੀ ਆ, ਯਾਨੀ ਕਿ ਵਿਸਥਾਪਨ ਕਰਨਾ ਹੈ। ਤਾਂ ਵਿਸਥਾਪਨ ਕਿਵੇਂ ਹੋਊਗਾ, ਅਟੈਚਮੈਂਟ ਤਾਂ ਉਵੇਂ ਹੋਊਗੀ ਨਾ ਪੋਜ਼ੀਟਿਵ ਦੀ ਨੈਗੇਟਿਵ ਦੇ ਨਾਲ। ਤਾਂ ਇਹ ਵਾਲਾ ਪੋਜ਼ੀਟਿਵ ਕਿਹਦੇ ਨਾਲ ਲੱਗ ਗਿਆ, ਇਹਦੇ ਨਾਲ। ਇਹ ਵਾਲਾ ਕਿਹਦੇ ਨਾਲ ਲੱਗ ਗਿਆ, ਇਹਦੇ ਨਾਲ। ਠੀਕ ਹੈ, ਕੀ ਬਣ ਗਿਆ ਆਪਣੇ ਕੋਲ ਸੋਡੀਅਮ ਕਲੋਰਾਈਡ ਅਤੇ ਬੇਰੀਅਮ ਸਲਫੇਟ। ਦੇਖੋ ਹੁਣ ਇੱਥੇ ਵਿਸਥਾਪਨ ਕਿੰਨੇ ਵਾਰੀ ਹੋਇਆ, ਵਿਸਥਾਪਨ 2 ਵਾਰ ਹੋਇਆ ਨਾ, ਇੱਕ ਤਾਂ ਇਹ ਵਾਲਾ ਹੋਇਆ ਅਤੇ ਇੱਕ ਇਹ ਵਾਲਾ ਹੋਇਆ। ਇਸ ਕਰਕੇ ਇਸ ਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ, ਦੂਹਰਾ ਵਿਸਥਾਪਨ ਕਿਰਿਆ। ਠੀਕ ਹੈ ਜੀ, ਦੂਹਰਾ ਵਿਸਥਾਪਨ ਕਿਰਿਆ। ਹੁਣ ਦੇਖੋ ਜਿਹੜਾ ਆਪਣੇ ਕੋਲੇ ਕੀ ਬਣਿਆ, ਸੋਡੀਅਮ ਕਲੋਰਾਈਡ ਬਣਿਆ, ਸੋਡੀਅਮ ਕਲੋਰਾਈਡ। ਠੀਕ ਹੈ, ਇਹ ਕੀ ਆਪਣੇ ਕੋਲੇ ਸਾਲਟ ਹੁੰਦਾ ਹੈ, ਕਿਹਦਾ ਫਾਰਮੂਲਾ ਹੈ, ਨਮਕ ਦਾ, ਸਾਲਟ ਦਾ। ਠੀਕ ਹੈ, ਤਾਂ ਇਹਦੇ ਕ੍ਰਿਸਟਲ ਬਣ ਗਏ ਆਪਣੇ ਕੋਲੇ। ਅਤੇ ਬੇਰੀਅਮ ਸਲਫੇਟ 'ਤੇ ਕੀ ਬਣ ਗਏ ਆਪਣੇ ਕੋਲੇ, ਅਵਖੇਪ, ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰੈਸੀਪਿਟੇਟ। ਜਿਸ ਤਰ੍ਹਾਂ ਕਿ ਛਿੱਦੀਆਂ ਜਿਹੀਆਂ ਨੀਚੇ ਬੈਠ ਜਾਂਦੀਆਂ ਹੁੰਦੀਆਂ, ਉਹ ਕੀ ਹੁੰਦੇ ਆ, ਅਵਖੇਪ ਹੁੰਦੇ ਆ। ਤਾਂ ਅਵਖੇਪ ਕੀ ਹੋਊਗਾ ਕਿ ਉਹ ਅਕੁਲ ਪਦਾਰਥ ਜਿਹੜਾ ਕੀ ਆ ਸਲਿਊਸ਼ਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਘੁਲਿਆ ਨਹੀਂ ਹੈਗਾ, ਜਿਹਨੇ ਰਿਐਕਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕੀਤਾ। ਠੀਕ ਹੈ, ਤਾਂ ਉਹ ਕੀ ਹੁੰਦਾ, ਪ੍ਰੈਸੀਪਿਟੇਟਸ ਹੁੰਦੇ ਆ। ਜਿਵੇਂ ਕਿ ਆਪਾਂ ਕੋਈ ਬੀਕਰ ਲਿਆ, ਠੀਕ ਹੈ, ਇਹਦੇ ਵਿੱਚ ਆਪਾਂ ਪਾਣੀ ਪਾਇਆ ਅਤੇ ਹੁਣ ਕੀ ਪਾਇਆ ਨਾਲ, ਸ਼ੂਗਰ ਯਾਨੀ ਕਿ ਚੀਨੀ। ਇਹ ਆਪਣੇ ਕੋਲੇ ਮੰਨ ਲਓ ਕਿ 10 ml ਕੀ ਸੀ, ਵਾਟਰ ਸੀਗਾ। ਅਤੇ ਆਪਾਂ ਨੇ ਕਹਿਤਾ ਕਿ ਇਹਦੇ ਵਿੱਚ ਸਿਰਫ 3 ਚਮਚੇ ਜਿਹੜੀ ਚੀਨੀ ਹੈ ਘੁਲ ਸਕਦੀ ਹੈ। ਠੀਕ ਹੈ, ਆਪਾਂ ਨੇ ਕੀ ਪਾਤਾ, 4 ਚਮਚ ਚੀਨੀ ਪਾਤਾ। ਇਹਦਾ ਮਤਲਬ ਇਹਦੇ ਵਿੱਚ ਘੁਲ ਕਿੰਨੇ ਸਕਦੇ ਸੀ, 3 ਹੀ ਸਕਦੇ ਸੀ। ਆਪਾਂ ਨੇ ਕੀ ਪਾਇਆ, 1 ਵੱਧ ਪਾਇਆ। ਤਾਂ ਜਿਹੜਾ 1 ਵੱਧ ਪਾਇਆ ਉਹ ਕੀ ਨੀਚੇ ਜਾ ਕੇ ਬੈਠ ਜਾਊਗਾ। ਠੀਕ ਹੈ, ਵਿੱਚ ਨਹੀਂ ਘੁਲਣਾ ਤਾਂ ਉਹ ਕੀ ਬਣਾ ਦੂਗਾ, ਪ੍ਰੈਸੀਪਿਟੇਟ ਕੇ ਨੀਚੇ ਬੈਠ ਗਿਆ, ਅਵਖੇਪ ਰਹਿ ਗਿਆ। ਠੀਕ ਹੈ, ਘੁਲਿਆ ਨਹੀਂ ਹੈਗਾ। ਤਾਂ ਜਦੋਂ 2 ਵਾਰੀ ਵਿਸਥਾਪਨ ਹੁੰਦਾ ਉਹਨੂੰ ਕਹਿੰਦੇ ਆਪਾਂ ਡਬਲ ਡਿਸਪਲੇਸਮੈਂਟ। ਦੇਖੋ ਇਹ ਕਿਵੇਂ ਹੋਇਆ ਰਸਾਇਣਿਕ ਕਿਰਿਆ, ਅਵਕਾਰਕਾਂ ਦੇ ਆਇਨਾਂ ਦੀਆਂ ਅਦਲਾ ਬਦਲੀ, ਉਸਨੂੰ ਦੂਹਰਾ ਵਿਸਥਾਪਨ ਕਿਰਿਆ ਕਹਿੰਦੇ ਹਨ। ਕਿ Na ਦੇ ਕੀ ਹੈ, Ba ਕੋਲੇ ਚਲੇ ਗਏ, ਅਤੇ ਜਿਹੜੇ Br ਵਾਲੇ ਸੀਗੇ ਉਹ ਕੀ ਹੈ, Na ਕੋਲ ਚਲੇ ਗਏ, ਅਦਲਾ ਬਦਲੀ ਹੋ ਗਈ ਨਾ। ਇਸ ਤਰ੍ਹਾਂ ਇਹ ਕੀ ਹੈ, ਦੂਹਰਾ ਵਿਸਥਾਪਨ ਕਿਰਿਆ। ਦੇਖੋ ਇਸ ਤਰ੍ਹਾਂ ਨਾਲ ਕੀਤਾ ਆਪਾਂ ਨੇ ਕਿ ਆਪਣੇ ਕੋਲ ਇੱਕ ਜਿਹੜੀ ਟੈਸਟ ਟਿਊਬ ਸੀਗੀ, ਟੈਸਟ ਟਿਊਬ ਨੰਬਰ 1, ਇਹਦੇ ਵਿੱਚ ਕੀ ਸੀਗਾ, ਬੇਰੀਅਮ ਕਲੋਰਾਈਡ ਦਾ ਸਲਿਊਸ਼ਨ ਬਣਾਇਆ ਹੋਇਆ ਸੀ ਆਪਾਂ ਨੇ। ਦੂਜੀ ਜਿਹੜੀ ਸੀਗੀ ਉਹ ਕੀ ਸੀ ਆਪਣੇ ਕੋਲੇ, ਸੋਡੀਅਮ ਕਲੋਰਾਈਡ। ਤਾਂ ਜਦੋਂ ਇਹਨਾਂ ਦੋਨਾਂ ਨੂੰ ਮਿਕਸ ਕਰਤਾ, ਇੱਥੇ ਨੀਚੇ ਕੀ ਬੈਠ ਜਾਣਗੇ, ਪ੍ਰੈਸੀਪਿਟੇਟ, ਅਵਖੇਪ, ਅਤੇ ਸਲਿਊਸ਼ਨ ਕੀ ਹੈ, ਇਹਦੇ ਜਿਹੜੇ ਆਇਨ ਨੇ ਉਹ ਕੀ ਅਦਲਾ ਬਦਲੀ ਕਰ ਲੈਣਗੇ। ਠੀਕ ਹੈ, ਇਸ ਤਰ੍ਹਾਂ ਇਹ ਰਿਐਕਸ਼ਨ ਹੁੰਦਾ। ਨੈਕਸਟ ਆਪਣੇ ਕੋਲੇ ਆ ਗਿਆ ਆਕਸੀਕਰਨ ਅਤੇ ਲਘੂਕਰਨ। ਆਕਸੀਕਰਨ ਅਤੇ ਲਘੂਕਰਨ ਕੀ ਹੁੰਦਾ, ਦੇਖੋ ਆਕਸੀਕਰਨ ਆਕਸੀਜਨ ਤੋਂ ਯਾਦ ਰੱਖ ਸਕਦੇ ਹਾਂ ਆਪਾਂ ਕਿ ਆਕਸੀਕਰਨ ਜਿਹਦੇ ਵਿੱਚ ਆਕਸੀਜਨ ਕੀ ਹੈ, ਜੁੜਦੀ ਹੈ, ਆਕਸੀਜਨ ਕੀ ਹੈ, ਜੁੜਦੀ ਹੈ ਜਿਹਦੇ ਵਿੱਚ। ਠੀਕ ਹੈ, ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਕਸੀਜਨ ਜੁੜਦੀ ਹੈ ਤਾਂ ਬਾਹਰ ਕੌਣ ਨਿਕਲਦਾ ਹੈ, ਹਾਈਡਰੋਜਨ। ਠੀਕ ਹੈ, ਅਗਰ ਇਹ ਡੈਫੀਨੇਸ਼ਨ ਆਪਣੀ ਕਲੀਅਰ ਹੋ ਗਈ ਤਾਂ ਆਪਣੇ ਕੋਲੇ ਲਘੂਕਰਨ ਦੀ ਡੈਫੀਨੇਸ਼ਨ ਦੇਣੀ ਸੌਖੀ ਹੈ। ਆਕਸੀਕਰਨ ਦੇ ਵਿੱਚ ਜੇ ਆਕਸੀਜਨ ਜੁੜਦੀ ਹੈ ਤਾਂ ਲਘੂਕਰਨ 'ਚ ਕੀ ਹੋਊਗੀ, ਆਕਸੀਜਨ ਬਾਹਰ ਨਿਕਲੂਗੀ। ਠੀਕ ਹੈ, ਜੇ ਆਕਸੀਜਨ ਬਾਹਰ ਨਿਕਲ ਰਹੀ ਹੈ ਤਾਂ ਇਹਦੇ ਵਿੱਚ ਐਡ ਕੌਣ ਹੋਊਗਾ, H2। ਠੀਕ ਹੈ, ਹਾਈਡਰੋਜਨ ਕੀ ਹੋਊਗਾ, ਐਡ ਹੋਊਗਾ ਇਹਦੇ ਵਿੱਚ। ਦੇਖੋ ਇਹਦੀ ਡੈਫੀਨੇਸ਼ਨ ਦੇਖਦੇ ਹਾਂ। ਦੇਖੋ ਪਹਿਲਾਂ ਰਿਐਕਸ਼ਨ ਦੇਣਾ ਸਮਝਾਇਆ ਆਪਾਂ ਨੂੰ ਕਿ ਆਪਾਂ ਨੇ ਕੀ ਕੀਤਾ। ਦੇਖੋ ਇਹਨੂੰ ਕੀ ਕਹਿੰਦੇ ਆਪਾਂ, ਬਰਨਰ। ਠੀਕ ਹੈ, ਇਹ ਕੀ ਆਪਣੇ ਕੋਲੇ ਸਟੈਂਡ ਹੈ, ਉੱਪਰ ਆਪਾਂ ਜਾਲੀ ਰੱਖੀ ਹੈ, ਅਤੇ ਇਹ ਕੀ ਹੈ, ਚਾਈਨਾ ਡਿਸ਼। ਚਾਈਨਾ ਡਿਸ਼ ਦੇ ਵਿੱਚ ਕੀ ਪਾਇਆ ਹੈ, ਕਾਪਰ ਦਾ ਪਾਊਡਰ। ਚਾਈਨਾ ਡਿਸ਼ 'ਚ ਕੀ ਪਾਇਆ, ਕਾਪਰ ਦਾ ਪਾਊਡਰ। ਠੀਕ ਹੈ, ਜਦੋਂ ਆਪਾਂ ਕੀ ਕਰਦੇ ਹਾਂ, ਕਾਪਰ ਦੇ ਪਾਊਡਰ ਦੇ ਨਾਲ ਆਕਸੀਜਨ, ਕਾਪਰ ਦੇ ਪਾਊਡਰ ਦੇ ਨਾਲ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਅੱਗ ਲਗਾ ਰਹੇ ਨਾ, ਤਾਂ ਕੀ ਬਣੂਗਾ, ਕਾਪਰ ਦੇ ਆਕਸਾਈਡ। ਕਾਪਰ ਦਾ ਕੀ ਬਣੂਗਾ, ਆਕਸਾਈਡ ਬਣਨਗੇ। ਠੀਕ ਹੈ, ਦੇਖੋ ਕਾਪਰ ਪਾਊਡਰ ਦੀ ਪਰਤ ਕਾਲੇ ਰੰਗ ਕਾਪਰ ਆਕਸਾਈਡ ਨਾਲ ਢਕੀ ਗਈ ਹੈ। ਇਹ ਕਾਲਾ ਪਦਾਰਥ ਕਿਉਂ ਬਣਿਆ, ਦੇਖੋ ਪਹਿਲਾਂ ਕੀ ਇਹਦਾ ਕੀ ਰੰਗ ਸੀਗਾ, ਨੀਲਾ ਸੀਗਾ। ਠੀਕ ਹੈ, ਫਿਰ ਕੀ ਹੋ ਗਿਆ, ਕਾਲਾ, ਰੰਗ ਬਦਲ ਗਿਆ। ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਕੀ ਹੋਇਆ, ਰਸਾਇਣਿਕ ਕਿਰਿਆ ਹੋਈ ਹੈ। ਠੀਕ ਹੈ, ਹੁਣ ਇਹ ਰਸਾਇਣਿਕ ਕਿਰਿਆ ਹੋਈ ਕਿਉਂ, ਕਿਸ ਚੀਜ਼ ਕਰਕੇ ਹੋਈ ਹੈ। ਦੇਖੋ ਕੀਤਾ ਕੀ ਸੀ ਆਪਾਂ ਨੇ, ਕਾਪਰ ਲਿਆ ਸੀ, ਉਹਦੇ ਵਿੱਚ ਆਕਸੀਜਨ ਪਾਈ, ਗਰਮ ਕੀਤਾ ਤਾਂ ਕੀ ਬਣ ਗਿਆ, ਕਾਪਰ ਦੇ ਆਕਸਾਈਡਸ ਬਣ ਗਏ। ਠੀਕ ਹੈ, ਤਾਂ ਆਕਸੀਜਨ ਨਾਲ ਲੱਗ ਗਈ। ਫਿਰ ਆਪਾਂ ਨੇ ਕੀ ਕੀਤਾ, ਹਾਈਡਰੋਜਨ ਗੈਸ ਦੇ ਵਿੱਚ ਜਦੋਂ ਇਹਨੂੰ ਮਿਲਾਇਆ, ਫਿਰ ਹੀਟ ਕੀਤਾ, ਕੀ ਬਣ ਗਿਆ, ਕਾਪਰ ਬਣ ਗਿਆ। ਤਾਂ ਇਹ ਰਿਐਕਸ਼ਨ ਆਪਾਂ ਐਵੇਂ ਵੀ ਕਰ ਸਕਦੇ ਹਾਂ, ਐਵੇਂ ਵੀ ਕਰ ਸਕਦੇ ਹਾਂ। ਦੋਨੇ ਹੀ ਕੰਡੀਸ਼ਨਾਂ ਦੇ ਵਿੱਚ ਰੰਗ ਕੀ ਹੋਊਗਾ, ਬਦਲ ਜੂਗਾ।
ਇਸ ਦੇ ਵਿੱਚ ਆਪਾਂ ਕੀ ਕਹਾਂਗੇ, ਕਾਹਦੇ ਕਰਕੇ ਰੰਗ ਬਦਲਿਆ, ਆਕਸੀਕਰਨ ਦੇ ਕਰਕੇ। ਆਕਸੀਕਰਨ ਕਿਉਂ, ਕਿਉਂਕਿ ਇਹਦੇ ਵਿੱਚ ਆਪਾਂ ਨੇ ਕੀ ਜੋੜਿਆ, ਆਕਸੀਜਨ। ਠੀਕ ਹੈ, ਆਕਸੀਜਨ ਜੋੜਿਆ ਤਾਂ ਕੀ ਹੋ ਰਿਹਾ, ਆਕਸੀਕਰਨ। ਜੇ ਹਾਈਡਰੋਜਨ ਜੋੜਿਆ ਫਿਰ ਕੀ ਹੋ ਰਿਹਾ, ਲਘੂਕਰਨ। ਠੀਕ ਹੈ ਜੀ, ਲਘੂਕਰਨ ਹੋ ਰਿਹਾ। ਇਹੀ ਲਿਖਿਆ ਗਿਆ ਗਾ ਕਿ ਜੇਕਰ ਕਿਸੇ ਕਿਰਿਆ ਦੌਰਾਨ ਕੋਈ ਵਸਤੂ ਆਕਸੀਜਨ ਪ੍ਰਾਪਤ ਕਰਦੀ ਹੈ ਤਾਂ ਕੀ ਕਹਾਂਗੇ ਆਪਾਂ ਵੀ ਉਹਦਾ ਆਕਸੀਕਰਨ ਹੋਇਆ। ਠੀਕ ਹੈ, ਆਕਸੀਜਨ ਪ੍ਰਾਪਤ ਕੀਤੀ ਹੈ ਮਤਲਬ ਕਿ ਕੀ ਹੋਇਆ, ਆਕਸੀਕਰਨ। ਐਵੇਂ ਦੇਖੋ, ਜੇਕਰ ਕੋਈ ਵਸਤੂ ਆਕਸੀਜਨ ਨੂੰ ਗਵਾ ਦਿੰਦੀ ਹੈ, ਆਕਸੀਜਨ ਚਲੀ ਜਾਂਦੀ ਹੈ, ਦੈਨ ਆਪਾਂ ਕੀ ਕਹਾਂਗੇ, ਕੀ ਹੋਇਆ, ਲਘੂਕਰਨ। ਇਹਦੇ ਵਿੱਚ ਤੁਸੀਂ ਦੋਵੇਂ ਡੈਫੀਨੇਸ਼ਨ ਯਾਦ ਰੱਖਣੀਆਂ ਨੇ ਕਿ ਆਪਣੇ ਕੋਲ ਇੱਕ ਹੈਗਾ ਆਕਸੀਕਰਨ, ਇੱਕ ਆਪਣੇ ਕੋਲ ਹੈਗਾ ਲਘੂਕਰਨ। ਠੀਕ ਹੈ, ਇੱਥੋਂ ਹੀ ਕਲੀਅਰ ਹੋ ਜਾਊਗਾ। ਆਕਸੀਕਰਨ ਦੇ ਵਿੱਚ ਜੁੜਦਾ ਕੌਣ ਹੈ, ਆਕਸੀਜਨ। ਬਸ ਇੰਨਾ ਹੀ ਯਾਦ ਰੱਖਣਾ ਹੈ, ਆਕਸੀਕਰਨ ਤੋਂ ਆਕਸੀਜਨ। ਬਾਕੀ ਸਾਰਾ ਖੁਦ ਕਲੀਅਰ ਹੋ ਜਾਊਗਾ। ਆਕਸੀਕਰਨ 'ਚ ਜੁੜਦਾ ਕੌਣ ਹੈ, ਆਕਸੀਜਨ। ਤਾਂ ਬਾਹਰ ਕੌਣ ਜਾਂਦਾ ਹੈ, ਹਾਈਡਰੋਜਨ। ਇਹਦੇ ਵਿੱਚ ਬਾਹਰ ਕੌਣ ਜਾਊਗਾ ਫਿਰ, ਆਕਸੀਜਨ, ਅਤੇ ਜੁੜੂਗਾ ਕੌਣ, ਹਾਈਡਰੋਜਨ। ਇਸ ਤਰ੍ਹਾਂ ਆਪਾਂ ਚਾਰੇ ਚੀਜ਼ਾਂ ਨੂੰ ਯਾਦ ਰੱਖ ਸਕਦੇ ਹਾਂ। ਅੱਗੇ ਹੈਗਾ ਕਿ ਕੋਈ ਇਹੋ ਜਿਹਾ ਰਿਐਕਸ਼ਨ ਹੋਵੇ, ਕੋਈ ਇਹੋ ਜਿਹੀ ਕਿਰਿਆ ਹੋਵੇ ਜਿਹਦੇ ਵਿੱਚ ਆਕਸੀਕਰਨ ਵੀ ਹੋ ਰਿਹਾ ਹੈ, ਆਕਸੀਕ੍ਰਿਤ ਵੀ ਹੋ ਰਹੀ ਹੈ ਵਸਤੂ, ਅਤੇ ਲਘੂਕ੍ਰਿਤ ਵੀ ਹੋ ਰਹੀ ਹੈ। ਹੁਣ ਆਕਸੀਕਰਨ ਵੀ ਹੋ ਰਿਹਾ ਹੈ, ਲਘੂਕਰਨ ਵੀ ਹੋ ਰਿਹਾ ਹੈ, ਤਾਂ ਇਸ ਤਰ੍ਹਾਂ ਦੇ ਰਿਐਕਸ਼ਨਾਂ ਨੂੰ ਆਪਾਂ ਬੋਲਦੇ ਹਾਂ ਰਿਡੌਕਸ ਰਿਐਕਸ਼ਨਸ। ਰਿਡੌਕਸ ਕਿਉਂ, ਕਿਉਂਕਿ ਲਘੂਕਰਨ ਦਾ ਮਤਲਬ ਹੁੰਦਾ ਰਿਡਕਸ਼ਨ ਅਤੇ ਆਕਸੀਕਰਨ ਦਾ ਮਤਲਬ ਹੁੰਦਾ ਆਕਸੀਡੇਸ਼ਨ। ਤਾਂ ਉਹਦਾ ਆਕਸੀਡੇਸ਼ਨ 'ਚੋਂ OX ਲੈ ਲਿਆ, ਰਿਡਕਸ਼ਨ ਦੇ ਵਿੱਚੋਂ RED ਲੈ ਲਿਆ, ਤਾਂ ਕੀ ਬਣ ਗਿਆ, ਰਿਡੌਕਸ। ਰਿਡੌਕਸ ਕਿਰਿਆਵਾਂ ਜਿਹਦੇ ਵਿੱਚ ਆਕਸੀਕਰਨ ਵੀ ਹੋ ਰਿਹਾ ਹੈ ਅਤੇ ਲਘੂਕਰਨ ਵੀ ਹੋ ਰਿਹਾ ਹੈ। ਇਹਦੀ ਆਪਾਂ ਐਗਜ਼ਾਮਪਲ ਦੇਖਦੇ ਹਾਂ। ਕੋਈ ਇਹੋ ਜਿਹੀ ਕਿਰਿਆ ਜਿਹਦੇ ਵਿੱਚ ਆਕਸੀਕਰਨ ਵੀ ਹੋ ਰਿਹਾ ਹੈ। ਦੇਖੋ, ਇਹ ਆਪਾਂ ਉੱਪਰ ਵੀ ਦੇਖ ਕੇ ਆਏ ਹਾਂ ਕਿ ਇਹਦੇ ਵਿੱਚ ਆਪਾਂ ਨੇ ਜਦੋਂ ਹਾਈਡਰੋਜਨ ਪਾਇਆ ਤਾਂ ਕੀ ਇਹਨੇ ਆਕਸੀਜਨ ਨੂੰ ਵਿਸਥਾਪਿਤ ਕਰਤਾ। ਹੁਣ ਦੇਖੋ, ਜੇ ਇਕੱਲੇ ਇਕੱਲੇ 'ਤੇ ਧਿਆਨ ਦਈਏ ਤਾਂ ਹੋ ਕੀ ਰਿਹਾ, ਇਹਦੇ ਕੋਲ ਆਕਸੀਜਨ ਸੀ, ਇਹਨੇ ਆਕਸੀਜਨ ਨੂੰ ਗਵਾ ਦਿੱਤਾ, ਤਾਂ ਕੀ ਹੋ ਗਿਆ, ਲਘੂਕਰਨ। ਜਿਹਦੇ ਵਿੱਚ ਆਕਸੀਜਨ ਬਾਹਰ ਨਿਕਲਦੀ ਹੈ ਉਹ ਕੀ ਹੁੰਦਾ, ਲਘੂਕਰਨ। ਇਹ ਇਕੱਲਾ ਸੀ, ਠੀਕ ਹੈ, ਇਹਦੇ ਨਾਲ ਕੀ ਜੁੜ ਗਿਆ, ਆਕਸੀਜਨ। ਤਾਂ ਆਕਸੀਜਨ ਲਿਆ ਜਾ ਰਿਹਾ ਹੈ, ਉਹ ਕੀ ਹੁੰਦਾ ਆਪਣੇ ਕੋਲੇ, ਆਕਸੀਕਰਨ। ਤਾਂ ਇਹ ਇਹੋ ਜਿਹਾ ਰਿਐਕਸ਼ਨ ਹੈ ਜਿਹਦੇ ਵਿੱਚ ਆਕਸੀਕਰਨ ਅਤੇ ਲਘੂਕਰਨ ਦੋਵੇਂ ਹੋ ਰਹੇ ਨੇ। ਕਲੀਅਰ। ਦੇਖੋ, ਜਿਹੜਾ ਇਹ ਰਿਐਕਸ਼ਨ ਇਹਦੇ ਵਿੱਚ ਕੀ ਹੋ ਰਿਹਾ, ਇਹਦੇ ਕੋਲ ਆਕਸੀਜਨ ਸੀ, ਇੱਥੇ ਆਕਸੀਜਨ ਨਹੀਂ ਹੈਗਾ, ਤਾਂ ਕੀ ਹੋ ਰਿਹਾ ਇਹਦੇ ਵਿੱਚ, ਲਘੂਕਰਨ। ਕਿਉਂ, ਕਿਉਂਕਿ ਆਕਸੀਜਨ ਗਵਾ ਰਿਹਾ ਹੈ। ਜੇ ਇੱਥੋਂ ਦੇਖੀਏ, ਇਹ ਕੀ ਲੈ ਰਿਹਾ, ਆਕਸੀਜਨ ਲੈ ਰਿਹਾ, ਅਤੇ ਇਹਦੇ ਵਿੱਚ ਕੀ ਹੋ ਰਿਹਾ, ਆਕਸੀਕਰਨ। ਠੀਕ ਹੈ, ਇੱਕ ਕੀ ਆਕਸੀਡਾਈਜ਼ ਹੋ ਰਿਹਾ, ਆਕਸੀਕ੍ਰਿਤ ਹੋ ਰਿਹਾ, ਇੱਕ ਕੀ ਹੈ, ਰਿਡਿਊਸ ਹੋ ਰਿਹਾ। ਠੀਕ ਹੈ, ਦੇਖੋ CO ਕਹਿੰਦਾ ਇਹਦੇ ਵਿੱਚ ਕੀ ਆਕਸੀਡਾਈਜ਼ ਹੋ ਜਾਂਦਾ ਹੈ, ਅਤੇ ZnO2 ਕੀ ਹੈ, ਰਿਡਿਊਸ ਹੋ ਜਾਂਦਾ ਹੈ, ਜਾਣੀ ਕਿ ਇਹਨੇ ਉਹ ਕੀ ਹੈ, ਬਾਹਰ ਕੱਢਤਾ। ਨੈਕਸਟ ਆਪਣੇ ਕੋਲ ਟੌਪਿਕ ਹੈਗਾ ਖੋਰਨ, ਕੁਰਿਜ਼ਨ। ਖੋਰਨ ਕੀ ਹੁੰਦਾ, ਦੇਖੋ, ਜਦੋਂ ਵੀ ਆਪਾਂ ਆਪਣੇ ਘਰਾਂ ਦੇ ਵਿੱਚ ਕੋਈ ਨਵੀਆਂ ਵਸਤੂਆਂ ਲੈ ਕੇ ਆਉਂਦੇ ਹਾਂ, ਠੀਕ ਹੈ, ਖਾਸ ਕਰਕੇ ਲੋਹੇ ਦੀਆਂ, ਚਾਂਦੀ ਦੀਆਂ ਵਸਤੂਆਂ, ਤਾਂਬੇ ਦੀਆਂ ਵਸਤੂਆਂ, ਤਾਂ ਆਪਾਂ ਦੇਖਦੇ ਹਾਂ ਕਿ ਉਹ ਬਹੁਤ ਹੀ ਜ਼ਿਆਦਾ ਚਮਕੀਲੀਆਂ ਹੁੰਦੀਆਂ ਨੇ। ਠੀਕ ਹੈ, ਪਰ ਕੁਝ ਟਾਈਮ ਪਿੱਛੋਂ ਉਹਨਾਂ 'ਤੇ ਕੀ ਇੱਕ ਪਰਤ ਚੜ੍ਹ ਜਾਂਦੀ ਹੈ, ਲੋਹੇ ਦੇ ਉੱਪਰ ਕਿਹੜੇ ਰੰਗ ਦੀ, ਭੂਰੇ ਰੰਗ ਦੀ ਪਰਤ ਚੜ੍ਹ ਜਾਂਦੀ ਹੈ। ਠੀਕ ਹੈ, ਜਿਹੜੀ ਇਹ ਭੂਰੇ ਰੰਗ ਦੀ ਪਰਤ ਚੜ੍ਹੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਲੋਹੇ ਨੂੰ ਜੰਗ ਲੱਗਣਾ। ਠੀਕ ਹੈ, ਤਾਂ ਇਹੀ ਕੀ ਹੈ, ਜਿਹੜਾ ਲੋਹੇ ਨੂੰ ਜੰਗ ਲੱਗਣਾ ਗਾ, ਇਹ ਖੋਰਨ ਦੀ ਹੀ ਇੱਕ ਟਾਈਪ ਹੈ। ਠੀਕ ਹੈ, ਹੁਣ ਖੋਰਨ ਆਪਾਂ ਕਦੋਂ ਕਹਿੰਦੇ ਹਾਂ, ਜਦੋਂ ਆਪਾਂ ਬਾਕੀ ਸਾਰੀਆਂ ਧਾਤਾਂ ਦੀ ਵੀ ਗੱਲ ਕਰਦੇ ਹਾਂ, ਅਤੇ ਜੰਗ ਲੱਗਣਾ ਕਦੋਂ ਕਹਿੰਦੇ ਹਾਂ, ਜਦੋਂ ਆਪਾਂ ਸਿਰਫ ਲੋਹੇ ਦੀ ਗੱਲ ਕਰਦੇ ਹਾਂ। ਤਾਂ ਇਹ ਖੋਰਨ ਦੇ ਵਿੱਚ ਹੀ ਆ ਜਾਂਦਾ ਹੈ, ਰਸਟਿੰਗ ਆਫ ਆਇਰਨ। ਠੀਕ ਹੈ, ਰਸਟਿੰਗ ਆਫ ਆਇਰਨ, ਜਦੋਂ ਕਿ ਉਹਦੇ 'ਤੇ ਭੂਰੇ ਰੰਗ ਦੀ ਪਰਤ ਚੜ੍ਹ ਜਾਂਦੀ ਹੈ। ਦੇਖੋ, ਇਸ ਤਰ੍ਹਾਂ ਨਾਲ ਕਿ ਲੋਹੇ ਦੀ ਕੋਈ ਵੀ ਚੀਜ਼ ਆ ਉਹਦੇ 'ਤੇ ਕੀ ਆ, ਭੂਰੇ ਰੰਗ ਦੀ ਪਰਤ ਚੜ੍ਹ ਗਈ ਸਾਰੇ। ਠੀਕ ਹੈ, ਇਸ ਨੂੰ ਕਹਾਂਗੇ ਆਪਾਂ ਲੋਹੇ ਨੂੰ ਜੰਗ ਲੱਗਣਾ। ਹੁਣ ਜਿਹੜਾ ਲੋਹੇ ਨੂੰ ਜੰਗ ਲੱਗ ਰਹੀ ਆ ਉਹ ਕਿਉਂ ਲੱਗਦੀ ਹੈ, ਇਹਦੇ 3 ਮੇਨ ਫੈਕਟਰਸ ਨੇਗੇ। ਠੀਕ ਹੈ, ਦੇਖੋ, ਇੱਕ ਤਾਂ ਕੀ ਆ, ਜਿਹੜੀ ਉਹ ਵਸਤੂ ਹੈ ਜਾਂ ਧਾਤ ਹੈ ਉਹਦੇ ਆਲੇ ਦੁਆਲੇ ਕੀ ਹੈ, ਸਿੱਲ ਹੈ, ਯਾਨੀ ਕਿ ਗਿੱਲਾਪਨ ਹੈ। ਠੀਕ ਹੈ, ਉਹ 'ਤੇ ਪਾਣੀ ਦੇ ਕੰਟੈਕਟ ਦੇ ਵਿੱਚ ਆ ਉਹ। ਦੂਸਰਾ ਹੈਗਾ ਕਿ ਕੋਈ ਤੇਜ਼ਾਬ ਕਿਰਿਆ ਕਰ ਰਿਹਾ। ਤੀਸਰਾ, ਉਹਦੇ 'ਤੇ ਹਵਾ ਵੀ ਕਿਰਿਆ ਕਰ ਰਹੀ ਹੈ। ਜਦੋਂ ਵੀ ਪਾਣੀ ਅਤੇ ਆਕਸੀਜਨ
ਦੇ ਨਾਲ ਕੋਈ ਵੀ ਜਿਹੜੀ ਧਾਤ ਕਿਰਿਆ ਕਰਦੀ ਹੈ ਤਾਂ ਉਹਦੇ 'ਤੇ ਕੀ ਲੱਗ ਜਾਂਦੀ ਹੈ, ਜੰਗ ਲੱਗ ਜਾਂਦੀ ਹੈ ਜਾਂ ਫਿਰ ਉਹ ਖੁਰਨਾ ਸ਼ੁਰੂ ਹੋ ਜਾਂਦਾ। ਠੀਕ ਹੈ, ਇਸੇ ਪ੍ਰਕਿਰਿਆ ਨੂੰ ਹੀ ਆਪਾਂ ਕੀ ਕਹਿੰਦੇ ਹਾਂ, ਖੋਰਨ ਕਹਿੰਦੇ ਹਾਂ। ਜਿਸ ਤਰ੍ਹਾਂ ਕਿ ਲੋਹੇ ਦੇ ਉੱਪਰ ਭੂਰੇ ਰੰਗ ਦੀ ਪਰਤ ਚੜ੍ਹਦੀ ਹੈ, ਇਸੇ ਤਰ੍ਹਾਂ ਚਾਂਦੀ ਉੱਪਰ ਕਾਲੇ ਰੰਗ ਦੀ ਪਰਤ ਚੜ੍ਹਦੀ ਹੈ ਅਤੇ ਕਾਪਰ 'ਤੇ ਹਰੇ ਰੰਗ ਦੀ ਪਰਤ ਚੜ੍ਹ ਜਾਂਦੀ ਹੈ। ਠੀਕ ਹੈ, ਇਹ ਦੇਖੋ ਕਿੰਨੀ ਵਧੀਆ ਪਿਕਚਰ ਹੈ ਜਿਹੜੀ ਆਪਾਂ ਨੂੰ ਦੱਸ ਰਹੀ ਹੈ ਕਿ 1886 ਦੇ ਵਿੱਚ, ਕਿਉਂਕਿ ਜਿਹੜੇ ਇਹ ਸਟੈਚੂ ਹੈ, ਕਿਹਦਾ ਸਟੈਚੂ ਹੈ ਇਹ, ਸਟੈਚੂ ਆਫ ਲਿਬਰਟੀ ਹੈ ਨਾ। ਇਸ ਸਟੈਚੂ ਦਾ ਕਲਰ ਕੀ ਸੀ ਆਪਣੇ ਕੋਲੇ, ਕਾਪਰ ਦਾ ਸੀ ਨਾ, ਤਾਂ ਆਪਣੇ ਕੋਲੇ ਕਾਪਰ ਵਾਲਾ ਹੀ ਕਲਰ ਸੀਗਾ। ਠੀਕ ਹੈ, ਪਰ ਕੀ ਹੋਇਆ ਲਗਾਤਾਰ 2018 ਦੇ ਵਿੱਚ ਦੇਖਿਆ ਹੁਣ ਤਾਂ ਹੋਰ ਵੀ ਇਹਦਾ ਮਾੜਾ ਹਾਲ ਹੋਊਗਾ। ਕੀ ਹੋ ਗਿਆ, ਇਹਦੀ ਲਗਾਤਾਰ ਆਕਸੀਕਰਨ ਹੁੰਦਾ ਗਿਆ ਅਤੇ ਇਹਦਾ ਰੰਗ ਕੀ ਹੋ ਗਿਆ, ਗ੍ਰੀਨ ਹੋ ਗਿਆ। ਠੀਕ ਹੈ, ਗ੍ਰੀਨ ਹੋ ਗਿਆ, ਕੀ ਹੋ ਗਿਆ, ਖੋਰਨ ਹੋ ਗਿਆ। ਇਹਦਾ ਜਿਹੜਾ ਆਪਣੇ ਕੋਲੇ ਕਾਪਰ ਦਾ ਰੰਗ ਸੀ ਉਹ ਬਿਲਕੁਲ ਚੇਂਜ ਹੋ ਗਿਆ, ਕਿਉਂਕਿ ਇਹ 'ਤੇ ਲਗਾਤਾਰ ਪਾਣੀ ਅਤੇ ਹਵਾ ਦੇ ਸੰਪਰਕ ਦੇ ਵਿੱਚ ਰਹਿਣ ਕਰਕੇ ਕੀ ਹੋ ਗਿਆ, ਆਕਸੀਕਰਨ ਹੋ ਗਿਆ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਟੌਪਿਕ ਆਉਂਦਾ ਦੁਰਗੰਧਤਾ। ਦੇਖੋ ਦੁਰਗੰਧਤਾ ਜਿਹਨੂੰ ਆਪਾਂ ਕਹਿੰਦੇ ਰੈਂਸਡਿਟੀ, ਇਹ ਕਦੋਂ ਹੁੰਦਾ ਹੈ ਕਿ ਜਿਹੜੀਆਂ ਵੀ ਆਪਣੀਆਂ ਖਾਣ ਵਾਲੀਆਂ ਵਸਤੂਆਂ, ਖਾਸ ਕਰ ਜਿਹੜੀਆਂ ਕਿਸੇ ਤੇਲ ਦੇ ਵਿੱਚ ਤਿਆਰ ਕੀਤੀਆਂ ਗਈਆਂ ਹੋਣ, ਉਹਨਾਂ ਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ ਕੁਝ ਸਮੇਂ ਦੇ ਬਾਅਦ ਕੀ ਆ, ਦੁਰਗੰਧਤਾ ਆਉਣ ਲੱਗ ਜਾਂਦੀ ਹੈ, ਯਾਨੀ ਕਿ ਗੰਧ ਆਉਣ ਲੱਗ ਜਾਂਦੀ ਹੈ ਜਿਹਨੂੰ ਆਪਾਂ ਰੱਖੀ ਰੱਖਦੇ ਹਾਂ। ਠੀਕ ਹੈ, ਜਿਹੜੀ ਇਹ ਗੰਧ ਆਉਂਦੀ ਹੈ ਉਸੇ ਨੂੰ ਹੀ ਕਹਿੰਦੇ ਆਪਾਂ ਦੁਰਗੰਧਤਾ ਜਾਂ ਰੈਂਸਡਿਟੀ। ਜਿਹੜੀ ਇਹ ਦੁਰਗੰਧਤਾ ਹੈ ਉਹ ਆਉਂਦੀ ਕਿਉਂ ਹੈ? ਠੀਕ ਹੈ, ਦੁਰਗੰਧਤਾ ਉਦੋਂ ਆਉਂਦੀ ਹੈ ਕਿ ਜਦੋਂ ਆਪਣਾ ਭੋਜਨ ਆ ਜਿਹੜਾ ਉਹ ਹਵਾ ਦੇ ਸੰਪਰਕ ਵਿੱਚ ਆ ਜਾਂਦਾ ਹੈ। ਕਿਉਂ? ਜਦੋਂ ਹਵਾ ਦੇ ਸੰਪਰਕ ਦੇ ਵਿੱਚ ਆਉਂਦਾ ਫਿਰ ਕੀ ਹੋ ਜਾਂਦਾ ਹੈ, ਆਕਸੀਕਰਨ। ਆਕਸੀਕਰਨ ਇੱਕ ਰਸਾਇਣਕ ਕਿਰਿਆ ਹੋਊਗੀ ਜਿਹਦੇ ਕਰਕੇ ਆਪਣਾ ਭੋਜਨ ਜਿਹੜਾ ਖਰਾਬ ਹੋ ਜਾਂਦਾ। ਠੀਕ ਹੈ, ਦੇਖੋ ਕਹਿੰਦੇ ਜਦੋਂ ਚਰਬੀ ਅਤੇ ਤੇਲ ਦਾ ਆਕਸੀਕਰਨ ਹੋ ਜਾਂਦਾ ਤਾਂ ਉਹ ਦੁਰਗੰਧਤਾ ਦੇਣ ਲੱਗ ਪੈਂਦੇ ਹਨ ਅਤੇ ਉਹਨਾਂ ਦੀ ਗੰਧ ਅਤੇ ਸਵਾਦ ਬਦਲ ਜਾਂਦੇ ਹਨ। ਆਮ ਕਰਕੇ ਚਰਬੀ ਅਤੇ ਤੇਲ ਯੁਕਤ ਖਾਣ ਵਾਲੇ ਪਦਾਰਥਾਂ ਵਿੱਚ ਉਹ ਪਦਾਰਥ ਜੋ ਆਕਸੀਕਰਨ ਰੋਕਦੇ ਹਨ ਮਿਲਾ ਦਿੱਤੇ ਜਾਂਦੇ ਹਨ। ਦੇਖੋ ਆਕਸੀਕਰਨ ਤੋਂ ਬਚਾਉਣ ਦੇ ਲਈ ਆਪਾਂ ਕੀ ਕਰਦੇ ਹਾਂ, ਜਿਸ ਤਰ੍ਹਾਂ ਕਿ ਆਪਣੇ ਅਚਾਰ ਹੁੰਦੇ ਆ। ਠੀਕ ਹੈ, ਅਚਾਰ ਲੰਬੇ ਸਮੇਂ ਤੱਕ ਪਏ ਰਹਿੰਦੇ ਆ। ਕਿਉਂ ਪਏ ਰਹਿੰਦੇ ਆ? ਕਿਉਂਕਿ ਆਪਾਂ ਉਹਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਮਿਲਾ ਦਿੰਦੇ ਹਾਂ ਜਿਹੜੀਆਂ ਆਕਸੀਕਰਨ ਨਹੀਂ ਹੋਣ ਦਿੰਦੀਆਂ। ਫੋਰ ਐਗਜ਼ਾਮਪਲ ਆਪਾਂ ਸ਼ੂਗਰ ਮਿਲਾ ਦਈਏ, ਚੀਨੀ ਮਿਲਾ ਦਈਏ ਜਾਂ ਫਿਰ ਆਪਾਂ ਨਮਕ ਮਿਲਾ ਦਈਏ। ਠੀਕ ਹੈ, ਇਸ ਕਰਕੇ ਉਹ ਖਰਾਬ ਨਹੀਂ ਹੁੰਦੇ। ਜਾਂ ਆਪਾਂ ਇਸ ਤਰ੍ਹਾਂ ਦੇ ਬਰਤਨਾਂ ਦੇ ਵਿੱਚ ਰੱਖਦੇ ਹਾਂ ਜਿੱਥੇ ਕਿ ਹਵਾ ਨਾ ਜਾਵੇ ਅਤੇ ਉਹਦਾ ਆਕਸੀਕਰਨ ਜਿਹੜਾ ਬਹੁਤ ਹੌਲੀ ਗਤੀ ਦੇ ਨਾਲ ਹੋਵੇ। ਦੇਖੋ ਆਕਸੀਕਰਨ ਤੋਂ ਬਾਅਦ 'ਚ ਕਿਸ ਤਰ੍ਹਾਂ ਫੂਡ ਹੋ ਗਿਆ ਆਪਣਾ, ਇਹਦੇ ਉੱਪਰ ਦੇਖੋ ਕਾਲੇ ਰੰਗ ਦੀ ਪਰਤ ਦਿਖ ਰਹੀ ਹੈ ਨਾ, ਇਹ ਕੀ ਹੋ ਗਿਆ, ਫੰਗੀ ਲੱਗ ਗਈ ਇਹਦੇ ਉੱਪਰ। ਠੀਕ ਹੈ, ਕਿਉਂਕਿ ਇਹ ਭੋਜਨ ਜਿਹੜਾ ਖਰਾਬ ਹੋ ਗਿਆ। ਅਗਰ ਇਸ ਤਰ੍ਹਾਂ ਦਾ ਆਪਾਂ ਨੂੰ ਨਹੀਂ ਵੀ ਦਿਖਾਈ ਦੇਊਗਾ ਤਾਂ ਉਹਦਾ ਟੇਸਟ ਹੈ ਜਿਹੜਾ ਬਿਲਕੁਲ ਬਦਲ ਜਾਊਗਾ। ਠੀਕ ਹੈ, ਨੈਕਸਟ ਦੇਖੋ ਇਹੀ ਚੀਜ਼ ਸੇਮ ਹੀ ਹੈ। ਇਹ ਕੀ ਹੈ, ਫਰੈਸ਼ ਆਪਣੇ ਕੋਲ। ਇਹ ਕੀ ਹੈ, ਰੈਂਸਡਿਟੀ ਹੋ ਗਈ ਇਹਦੀ, ਖਰਾਬ ਹੋ ਗਿਆ। ਠੀਕ ਹੈ, ਖਰਾਬ ਹੋ ਗਿਆ ਕਾਹਦੇ ਕਰਕੇ, ਦੁਰਗੰਧਤਾ ਕਰਕੇ, ਰੈਂਸਡਿਟੀ ਕਰਕੇ। ਦੇਖੋ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੇ ਚਿਪਸ, ਲੇਜ਼, ਕੁਰਕਰੇ, ਠੀਕ ਹੈ, ਇਹ ਸਾਰੇ ਜਿਹੜੇ ਪੈਕਟ ਹੁੰਦੇ ਆ ਉਹ ਕੀ ਫੁੱਲੇ ਫੁੱਲੇ ਹੁੰਦੇ ਆ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਇੱਕ ਗੈਸ ਪਾਈ ਜਾਂਦੀ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਨਾਈਟ੍ਰੋਜਨ। ਹੁਣ ਨਾਈਟ੍ਰੋਜਨ ਗੈਸ ਆਪਾਂ ਕਿਉਂ ਪਾਉਣੀ ਆ, ਤਾਂ ਜੋ ਜਿਹੜੇ ਚਿਪਸ ਦੇ ਪੈਕਟ ਨੇ, ਠੀਕ ਹੈ, ਉਹਨਾਂ ਦਾ ਕੀ ਨਾ ਹੋਵੇ, ਆਕਸੀਕਰਨ। ਕਿਉਂਕਿ ਜੇ ਉਹਨਾਂ ਨਾਲ ਆਕਸੀਜਨ ਰਿਐਕਟ ਕਰ ਗਈ, ਆਕਸੀਜਨ ਕਿਰਿਆ ਕਰ ਗਈ ਤਾਂ ਉਹ ਵੀ ਕੀ ਹੋ ਜਾਣਗੇ, ਉਹਨਾਂ ਦੀ ਰੈਂਸਡਿਟੀ ਹੋ ਜੂਗੀ, ਯਾਨੀ ਕਿ ਦੁਰਗੰਧਤਾ ਹੋਣ ਲੱਗ ਜੂਗੀ, ਉਹ ਖਰਾਬ ਹੋ ਜਾਣਗੇ। ਦੇਖੋ ਆਪਾਂ ਰੋਜ਼ਾਨਾ ਲਾਈਫ 'ਚ ਦੇਖਦੇ ਹਾਂ ਕਿ ਜਿੰਨਾ ਟਾਈਮ ਬੰਦ ਪਏ ਨੇ ਪੈਕਟ ਉਨਾ ਟਾਈਮ ਵਧੀਆ ਰਹਿੰਦੇ ਆ। ਜਦੋਂ ਵੀ ਆਪਾਂ ਖੋਲ੍ਹ ਦਿੰਦੇ ਹਾਂ, ਅਗਰ ਆਪਾਂ ਇੱਕ ਦਿਨ ਵੀ ਰੱਖਦੇ ਹਾਂ ਤਾਂ ਕੀ ਹੁੰਦਾ ਗਾ, ਉਹ ਸਾਰੇ ਸਲਾਬੇ ਜਿਹੇ ਹੋ ਜਾਂਦੇ ਆ। ਠੀਕ ਹੈ, ਪੋਲੇ ਹੋ ਜਾਂਦੇ ਆ। ਕਿਉਂ ਹੋ ਜਾਂਦੇ ਆ? ਕਿਉਂਕਿ ਉਹਨਾਂ ਦਾ ਆਕਸੀਕਰਨ ਹੋ ਗਿਆ। ਠੀਕ ਹੈ, ਆਕਸੀਜਨ ਉਹਨਾਂ ਨਾਲ ਕਿਰਿਆ ਕਰ ਗਈ। ਇਸ ਕਰਕੇ ਹੀ ਸਾਰੇ ਪੈਕਟਾਂ ਦੇ ਵਿੱਚ ਨਾਈਟ੍ਰੋਜਨ ਭਰੀ ਜਾਂਦੀ ਹੈ, ਕਿਉਂਕਿ ਨਾਈਟ੍ਰੋਜਨ ਜਿਹੜੀ ਕਿਰਿਆ ਨਹੀਂ ਕਰਨ ਦਿੰਦੀ। ਦੇਖੋ ਲੇਜ਼ ਦੇ ਪੈਕਟਾਂ ਦੇ ਵਿੱਚ ਨਾ ਪਾਈ ਜਾਂਦੀ ਹੈ। ਆਪਣਾ ਜਿਹੜਾ ਚੈਪਟਰ ਉਹ ਕੰਪਲੀਟ ਹੋ ਗਿਆ ਬਿਲਕੁਲ। ਠੀਕ ਹੈ, ਹੁਣ ਆਪਾਂ ਸ਼ਾਰਟ ਦੇ ਵਿੱਚ ਜਿਹੜਾ ਚੈਪਟਰ ਦੀ ਰਿਵੀਜ਼ਨ ਕਰਦੇ ਹਾਂ ਕਿ ਆਪਾਂ ਚੈਪਟਰ ਦੇ ਵਿੱਚ ਕੀ ਕੀ ਪੜ੍ਹਿਆ ਸੀਗਾ। ਠੀਕ ਹੈ, ਇਹ ਰਿਵੀਜ਼ਨ ਦੇ ਨੋਟ ਨੇ ਸਾਰੇ, ਜਿਹੜਾ ਤੁਹਾਨੂੰ ਸਾਰਾ ਚੈਪਟਰ ਜਿਹੜਾ ਰਿਵਾਈਜ਼ ਕਰਾ ਦੇਣਗੇ। ਦੇਖੋ ਫਸਟ ਪੁਆਇੰਟ ਕੀ ਹੈ ਕਿ ਇੱਕ ਪੂਰਨ ਰਸਾਇਣਿਕ ਸਮੀਕਰਨ ਅਵਿਕਾਰਕਾਂ, ਉਤਪਾਦਾਂ, ਉਪਜਾਂ ਅਤੇ ਉਹਨਾਂ ਦੀ ਭੌਤਿਕ ਅਵਸਥਾ ਨੂੰ ਸੰਕੇਤਕ ਤੌਰ 'ਤੇ ਪ੍ਰਦਰਸ਼ਿਤ ਕਰਦੀ ਹੈ। ਕਿ ਆਪਾਂ ਅਗਰ ਕੋਈ ਵੀ ਕਿਰਿਆ ਕੀਤੀ ਹੈ, ਉਹ ਕਿਰਿਆ ਨੂੰ ਪੂਰਾ ਵਿਸਥਾਰ ਨਾਲ ਲਿਖਣ ਤੋਂ ਚੰਗਾ ਕਿ ਆਪਾਂ ਉਹਨੂੰ ਕੀ ਹੈ, ਸ਼ਾਰਟ ਦੇ ਵਿੱਚ ਇੱਕ ਸਮੀਕਰਨ ਦੇ ਰੂਪ ਦੇ ਵਿੱਚ ਲਿਖ ਦਈਏ, ਜਿਹਦੇ ਵਿੱਚ ਆਪਣੇ ਕੋਲ ਅਵਿਕਾਰਕ ਵੀ ਹੋਣਗੇ, ਉਤਪਾਦਕ ਵੀ ਹੋਣਗੇ। ਜਿਹੜੀਆਂ ਚੀਜ਼ਾਂ ਆਪਾਂ ਨੇ ਪਾਈਆਂ ਨੇ, ਹੀਟ ਹੋ ਗਿਆ, ਠੀਕ ਹੈ, ਕੋਈ ਕੈਟਾਲਿਸਟ ਹੋ ਗਿਆ, ਉਹ ਵੀ ਹੈਗੇ ਨੇ, ਅਤੇ ਉਹਦੀ ਅਵਸਥਾ ਵੀ ਆਪਾਂ ਨੂੰ ਪਤਾ ਚੱਲਦੀ ਹੈ ਵੀ ਜਿਹੜੀ ਚੀਜ਼ ਬਣੀ ਆ ਉਹ ਕਿਸ ਤਰ੍ਹਾਂ ਦੀ ਬਣੀ ਹੈ। ਠੀਕ ਹੈ, ਇਹ ਇੱਕ ਸੈਂਬਲ ਨੇ, ਸੰਕੇਤਕ ਭਾਸ਼ਾ ਹੈਗੀ ਜਿਹੜੀ ਆਪਾਂ ਵਰਤ ਲੈਂਦੇ ਹਾਂ। ਦੂਸਰਾ ਪੁਆਇੰਟ ਹੈਗਾ ਆਪਣੇ ਕੋਲੇ
ਰਸਾਇਣਿਕ ਅਭਿਕਾਰਕਾਂ ਨੂੰ ਸੰਤੁਲਿਤ ਕੀਤਾ ਜਾਂਦਾ ਹੈ। ਦੇਖੋ ਆਪਾਂ ਸੰਤੁਲਿਤ ਕਰਨਾ ਸਿੱਖਿਆ ਸੀ ਨਾ ਕਿ ਰਸਾਇਣਿਕ ਅਭਿਕਾਰਕਾਂ ਨੂੰ ਸੰਤੁਲਿਤ ਕੀਤਾ ਜਾਂਦਾ ਹੈ ਜੋ ਰਸਾਇਣਿਕ ਕਿਰਿਆ ਵਿੱਚ ਭਾਗ ਲੈਣ ਵਾਲੇ ਹਰ ਇੱਕ ਪਰਮਾਣੂ ਦੀ ਸੰਖਿਆ ਸਮੀਕਰਨ ਦੇ ਕਾਰਕ ਅਤੇ ਉਤਪਾਦ ਬਰਾਬਰ ਹੁੰਦੇ ਆ। ਠੀਕ ਹੈ ਕਿ ਜਿੰਨੇ ਅਭਿਕਾਰਕਾਂ ਦੇ ਵਿੱਚ ਹੁੰਦੇ ਆ ਦੋਵੇਂ ਪਾਸੇ ਕੀ ਹੈ ਸਮਾਨ ਹੁੰਦੇ ਆ। ਬਿਲਕੁਲ ਇਹੀ ਪੜ੍ਹਿਆ ਸੀ ਨਾ ਆਪਾਂ ਨੇ। ਦੇਖੋ ਜਿਵੇਂ ਆਪਾਂ ਦੇਖੀਏ ਕਿ ਜ਼ਿੰਕ ਹੈ, ਕਾਪਰ ਸਲਫੇਟ ਹੈ। ਠੀਕ ਹੈ ਇਹਨੇ ਕੀ ਬਣਾਇਆ ਜ਼ਿੰਕ ਸਲਫੇਟ प्लस कॉपर। ठीक है इधर जिंक की कितनी है वैल्यू 1, इधर कितनी है 1, इधर कॉपर कितना है 1, इधर कितने बार 1, सल्फेट 1 टाइम, इधर भी 1 टाइम। ठीक है तो इसका मतलब जी समीकरण है अपनी वो बिल्कुल संतुलित है। इस तरह आप वक्-वक् समीकरणों को चैक कर सकते हैं। नैक्सट आपने पढ़िया सी कि जो दो या दो तो वध चीज़ां मिल के कुछ नवा पदार्थ बनाउंदियां ने उस क्रिया नूं आपां की कहने आ संयोजन क्रिया। ये जस्ट रिवीजन ही है, ये सारा कुछ आपां पहलां भी वीडियो विच पढ़ चुके हैं। ठीक है अगला है कि अपघटन क्रिया विच की हुंदी है संयोजन दी बिल्कुल उल्ट हुंदी है क्योंकि उहदे विच की है दो चीज़ां मिल के एक बनाउंदियां ने ते अपघटन दे विच की हुंदा एक चीज़ टुट के दो या दो तो वध चीज़ां बनाउंदी है। ठीक है इस तरह हुंदा ਉਹ ਕਿਰਿਆ जिस विच ताप ऊर्जा भी पैदा होंदी है उसनूं आपां की कहंदे सी ताप निकासी क्रिया। ठीक है जिस दे विच ताप बाहर निकलदा है उसनूं आपां की कहंदे सी ताप निकासी क्रिया। ठीक है नैक्सट वो क्रिया जिहदे विच आपां नूं ताप देना पैंदा सी हीट देनी पैंदी सी उहनूं की कहंदे सी आपां ताप सौखी क्रिया। ठीक है ताप सौखी क्रिया। नैक्सट है विस्थापन। आप हुणी पढ़िया इसे वीडियो के विच पढ़िया कि जो एक तत्त दूजे के तत्तां नूं की विस्थापित करते उसनूं आपां कहने विस्थापन क्रिया। कॉपर ते जिंक वाला रिएक्शन। दूहरा विस्थापन की सी अपने कोले सोडियम क्लोराइड ते बेरियम सल्फेट वाला है ना जो अपने कोले दो आयन ने जिहड़े आपस च अदला बदली कर लैंदे है। अवखेपन क्रिया की सी कि जिहड़ी चीज़ घुलदी नहीं हैगी नीचे बैठ जाती है यानी कि अवखेप बन जाते हैं उस दे विच ਉਹਨੂੰ ਕਹਿੰਦੇ ਆਪਾਂ ਅਵਖੇਪਨ ਕਿਰਿਆ। ਰਿਡੌਕਸ ਕਿਰਿਆਵਾਂ ਕੀ ਸੀ ਜਿਹਦੇ ਵਿੱਚ ਆਕਸੀਕਰਨ ਤੇ ਲਘੂਕਰਨ ਦੋਨੇ ਇਕੱਠੇ ਹੁੰਦੇ ਨੇ ਇੱਕੋ ਹੀ ਰਿਐਕਸ਼ਨ ਦੇ ਵਿੱਚ ਉਸ ਨੂੰ ਕਹਿੰਦੇ ਆਪਾਂ ਰਿਡੌਕਸ ਕਿਰਿਆਵਾਂ। ਠੀਕ ਹੈ ਕਿ ਉਸੇ ਰਿਐਕਸ਼ਨ ਦੇ ਵਿੱਚ ਆਕਸੀਜਨ ਨੂੰ ਲਿਆ ਵੀ ਜਾਊਗਾ ਤੇ ਹਾਈਡਰੋਜਨ ਨੂੰ ਗਵਾਇਆ ਵੀ ਜਾਊਗਾ ਜਾਂ ਹਾਈਡਰੋਜਨ ਨੂੰ ਲਿਆ ਵੀ ਜਾਊਗਾ ਆਕਸੀਜਨ ਨੂੰ ਗਵਾਇਆ ਵੀ ਜਾ ਸਕਦਾ ਹੈ। ਇਸ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਆਪਾਂ ਬੋਲਦੇ ਹਾਂ ਰਿਡੌਕਸ ਕਿਰਿਆਵਾਂ। ਠੀਕ ਹੈ ਆਕਸੀਕਰਨ ਕੀ ਸੀ जो आक्सीजन की प्राप्ति होंगी है हाइड्रोजन की होंगी है हानि उन्होंने आप कहने आक्सीकरण क्रियावां। ठीक है जे अपने को आक्सीजन की हानि होवे ते हाइड्रोजन की प्राप्ति होवे फिर की कहने आप फिर कहने लघुकरण। ऑक्सीजन वाला याद रख लो तुसीं उस मैथड नाल कि आक्सीकरण दे विच ऑक्सीजन जुड़ूगा तो बाहर कौन जाऊगा हाइड्रोजन, इहदे विच कौन जुड़ूगा हाइड्रोजन ते बाहर कौन जाऊगा ऑक्सीजन। इस तरह नाल तुसीं याद कर सकते हो। देखो आपां पूरा टॉपिक कंप्लीट भी किया तो पूरा टॉपिक जिहड़ा रिवाइज भी कर लिया। आई होप तुहानूं सारा कुछ क्लीयर हो गया होगा। अगर फिर भी किसी का कोई डाउट है तो तुसीं डिस्क्रिप्शन दे विच जाके लिंक दिता होया टैलीग्राम चैनल का उन्होंने ज्वाइन करो। उत्थे तुसीं अपने सारे डाउट क्लीयर कर सकते हो। तुसीं कमेंट बॉक्स दे विच भी अपना डाउट है जिहड़ा शेयर कर सकते हो। ठीक है अगर वीडियो पसंद आ रही है तो वीडियो नूं वध तों वध लाइक करिया करो, कमेंट जरूर करिया करो। कमेंट तो ही पता लगता कि तुहानूं वीडियो किस तरह की लगी है। शेयर करो एंड चैनल को सबसक्राइब भी कराओ। थैंक यू।